ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਭੁਪਿੰਦਰ ਮਾਨ ਦੀ ਕਹਾਣੀ ਉੱਪਰੀ ਹਵਾ ਲੈ ਕੇ ਹਾਜ਼ਰ ਹਾਂ। ਠੰਡੀ ਠੰਡੀ ਹਵਾ ਨੇ ਰਾਤ ਨੂੰ ਖੁਸ਼ਗਵਾਰ ਬਣਾਇਆ ਹੋਇਆ ਸੀ। ਅਚਾਨਕ ਹਵਾ ਚੱਲਣੀ ਬੰਦ ਹੋ ਗਈ ਤੇ ਉਸਦੇ ਕੰਨਾਂ ਵਿੱਚ ਅਜੀਬ ਗੜਗੜਾਹਟ ਗੂੰਜਣ ਲੱਗੀ। ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਗੈਵੀ ਸ਼ਕਤੀ ਨੇ ਜਿਵੇਂ ਉਸਨੂੰ ਘੁੱਟ ਕੇ ਫੜ ਲਿਆ ਹੋਵੇ। ਉਹ ਪੂਰਾ ਜ਼ੋਰ ਲਾ ਕੇ ਚੀਖਣਾ ਚਾਹੁੰਦੀ ਸੀ, ਪਰ ਗਲਾ ਖੁਸ਼ਕ ਹੋ ਕੇ ਆਵਾਜ਼ ਕੱਢਣ ਤੋਂ ਇਨਕਾਰੀ ਹੋ ਗਿਆ ਸੀ। ਉਹ ਇੱਕਦਮ ਉੱਠ ਕੇ ਮੰਜੇ ਤੇ ਬੈਠ ਗਈ ਤੇ ਉਹਦੇ ਮੂੰਹੋਂ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਨਿਕਲਿਆ। ਚਾਰੇ ਪਾਸੇ ਹਨੇਰਾ ਸੀ ਤੇ ਪਿੰਡ ਦੇ ਪਰਲੇ ਪਾਸੇ ਗੱਡੀ ਲੰਘਣ ਦਾ ਖੜਕਾ ਉਸਨੂੰ ਸੁਣਾਈ ਦੇ ਰਿਹਾ ਸੀ। ਸਾਰਾ ਸਰੀਰ ਪਸੀਨੋ ਪਸੀਨੀ ਹੋਇਆ ਪਿਆ ਸੀ। ਪਾਲ ਤੇ ਉਸਦੀ ਘਰਵਾਲੀ ਏਸੀ ਛੱਡੀ ਸੁੱਤੇ ਪਏ ਸੀ। ਬੁਢਾਪੇ ਤੇ ਗਠੀਏ ਕਰਕੇ ਉਹ ਹਮੇਸ਼ਾ ਵਿਹੜੇ ਵਿੱਚ ਸੌਂਦੀ ਸੀ। ਬਹੁਤ ਟਾਈਮ ਬਾਅਦ ਅੱਜ ਉਸ ਨਾਲ ਇਹ ਵਾਪਰਿਆ ਸੀ। ਜਦੋਂ ਪਾਲ ਦੇ ਪਿਓ ਦੀ ਮੌਤ ਹੋਈ ਸੀ, ਉਦੋਂ ਵੀ ਕਈ ਸਾਲ ਇਸੇ ਤਰ੍ਹਾਂ ਉਸ ਨਾਲ ਹੁੰਦਾ ਰਿਹਾ ਸੀ। ਉਸ ਦਾ ਚਿੱਤ ਤਾਂ ਕੱਲ ਦਾ ਹੀ ਭੈੜਾ ਹੋਇਆ ਪਿਆ ਸੀ, ਜਦੋਂ ਕੂਕਾਂ ਮਾਰਦੇ ਪਾਲ ਨੇ ਉਹਨੂੰ ਜੱਫੀ ਆ ਪਾਈ ਸੀ ਤੇ ਕਿਹਾ ਸੀ, ਬੀਬੀ ਸਾਡਾ ਕੈਨੇਡਾ ਦਾ ਵੀਜ਼ਾ ਲੱਗ ਗਿਆ। ਪਿੱਛੇ ਉਹਦੇ ਘਰ ਵਾਲੀ ਮਿਠਾਈ ਵਾਲਾ ਡੱਬਾ ਚੁੱਕੀ ਮੁੰਦ ਮੁਸਕਰਾ ਰਹੀ ਸੀ। ਬੇਸ਼ਗਨੀ ਤੋਂ ਡਰਦੀ ਨੇ ਉਹਨੇ ਇੱਕ ਟੁਕੜਾ ਤੋੜ ਕੇ ਮੂੰਹ ਵਿੱਚ ਤਾਂ ਪਾ ਲਿਆ ਸੀ, ਪਰ ਉਹਦੇ ਲਈ ਇਹ ਜ਼ਹਿਰ ਵਰਗਾ ਹੋ ਗਿਆ ਸੀ। ਉਹਦੇ ਕੰਨਾਂ ਵਿੱਚ ਵੀਜ਼ਾ ਵੀਜ਼ਾ ਗੂੰਜ ਰਿਹਾ ਸੀ। ਉਸ ਦਿਨ ਵੀ ਤਾਂ ਪਾਲ ਦੇ ਪਿਓ ਨੇ ਉਹਦੇ ਮੂੰਹ ਵਿੱਚ ਪੂਰਾ ਲੱਡੂ ਹੀ ਥੁੰਨ ਦਿੱਤਾ ਸੀ, ਜਦੋਂ ਉਸਨੇ ਦੱਸਿਆ ਸੀ ਕਿ ਨਾਰੇ ਚਾਚੇ ਵੱਲੋਂ ਭੇਜੇ ਉਹਦੇ ਕੈਨੇਡਾ ਦੇ ਕਾਗਜ਼ ਮਿਲ ਗਏ ਹਨ। ਵੱਡੀ ਕੁੜੀ ਚਰਨ ਉਸ ਸਮੇਂ ਗੋਦੀ ਵਿੱਚ ਸੀ। ਉਸਨੂੰ ਗੋਦ ਤੋਂ ਫੜ ਹਵਾ ਵਿੱਚ ਉਛਾਲਦੇ ਬੋਲਿਆ ਸੀ, ਲੈ ਵੀ ਸੁਖਦੇਵ ਸਿੰਘ ਭੁੱਲਰ ਦੀ ਧੀ ਵੀ ਹੁਣ ਜਹਾਜ਼ਾਂ ਦੇ ਝੂਟੇ ਲਊ। ਫਿਰ ਬਾਹਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਰਾਤਾਂ ਨੂੰ ਸੁਖਦੇਵ ਦੀ ਹਿੱਕ ਨਾਲ ਲੱਗ ਕੇ ਹੌਂਕੇ ਲੈਂਦੀ ਤੇ ਸੰਸੇ ਸਾਂਝੇ ਕਰਦੀ। ਸੁਖਦੇਵ ਨੂੰ ਕਹਿੰਦੀ, ਆਪਣੇ ਕੋਲ ਸਾਰਾ ਕੁਝ ਹੈ, 10 ਕਿੱਲੇ ਝੋਟੇ ਦੇ ਸਿਰ ਵਰਗੀ ਜ਼ਮੀਨ ਹੈ, ਕੀ ਕਰਨਾ ਤੈਂ ਕੈਨੇਡਾ ਜਾ ਕੇ। ਪਰ ਸੁਖਦੇਵ ਦੇ ਸਿਰ ਤਾਂ ਕੋਈ ਭੂਤ ਹਾਵੀ ਹੋ ਗਿਆ ਸੀ। ਤੈਨੂੰ ਤੇ ਚਰਨ ਨੂੰ ਬਸ ਸਾਲ ਛਮਾਹੀ ਵਿੱਚ ਹੀ ਬੁਲਾ ਲੈਣਾ ਹੈ। 65 ਵਾਲੀ ਜੰਗ ਹਾਲੇ ਖਤਮ ਹੀ ਹੋਈ ਸੀ ਕਿ ਜ਼ਮੀਨ ਸ਼ਰੀਕੇ ਨੂੰ ਹਿੱਸੇ ਤੇ ਦੇ ਕੇ ਜਹਾਜ਼ ਚੜ ਨਿਊਸਟਨ ਉੱਚਾ ਉਤਰਿਆ। ਪਿੰਡ ਵਿੱਚੋਂ ਚਾਚੇ ਲੱਗਦੇ ਨਾਰੇ ਨੇ ਉਹਨੂੰ 2 ਹੋਰ ਪੇਂਡੂਆਂ ਕਤਰ ਤੇ ਗੀਜੇ ਨਾਲ ਇੱਕ ਬੇਸਮੈਂਟ ਵਿੱਚ ਜਾ ਡੇਰੇ ਲਵਾਏ ਸਨ। ਇਹ ਉਸਨੇ ਪਹਿਲੀ ਚਿੱਠੀ ਵਿੱਚ ਹੀ ਦੱਸਿਆ ਸੀ। ਹੁਣ 15ਵੇਂ-20ਵੇਂ ਦਿਨ ਚਿੱਠੀ ਆ ਜਾਂਦੀ, ਜਿਸ ਵਿੱਚ ਸੁਖਦੇਵ ਉਹਨਾਂ ਨੂੰ ਸੱਦਣ ਸੰਬੰਧੀ ਚਾਰਾਜੋਈ ਦੀ ਗੱਲ ਕਰਦਾ। ਉਹਨੇ ਮਿਲ ਵਿੱਚ ਫੱਟੇ ਖਿੱਚਣ ਦਾ ਕੰਮ ਲੈ ਲਿਆ ਸੀ। ਸੱਸ ਸਹੁਰੇ ਭਰੇ ਲੋਕ ਸੀ, ਜਿਨ੍ਹਾਂ ਆਸਰੇ ਉਹ ਦਿਨ ਕੱਟੀ ਜਾ ਰਹੀ ਸੀ। ਸੁਖਦੇਵ ਰੁਪਏ ਭੇਜਦਾ ਰਿਹਾ ਤੇ ਜ਼ਮੀਨ 10 ਤੋਂ ਵੱਧ ਕੇ 15 ਤੇ ਫਿਰ 20 ਕਿੱਲਿਆਂ ਤੇ ਜਾ ਪਹੁੰਚੀ ਸੀ। ਦਿਨ ਲੰਘਣ ਨਾਲ ਦੁੱਧ ਚੁੰਗਦੀ ਚਰਨ ਵੱਡੀ ਹੋ ਕੇ ਦਾਦੀ ਨਾਲ ਸਕੂਲ ਜਾਣ ਲੱਗ ਗਈ ਤੇ ਉਹ ਜੂਨ ਗੁਜ਼ਾਰਾ ਕਰਦੀ ਰਹੀ। ਜਵਾਨੀ ਦੇ ਦਿਨਾਂ ਨੂੰ ਇੰਜ ਲੰਘਾਉਣਾ ਉਸ ਲਈ ਸਜ਼ਾ ਬਣ ਗਏ ਸਨ। ਆਂਢ ਗੁਆਂਢ ਦੇ ਮਰਦ ਉਹਨੂੰ ਤਿੱਖੀਆਂ ਨਜ਼ਰਾਂ ਨਾਲ ਤਾੜਦੇ। ਘਰਾਂ ਵਿੱਚੋਂ ਦਿਓਰ ਲੱਗਦਾ ਮੈਂਗਲ ਤਾਂ ਅਕਸਰ ਹਾਸੇ ਮਖੌਲ ਦੀ ਆੜ ਹੇਠ ਬੋਲ ਹੜਕੜਾਉਂਦਾ ਕਹਿੰਦਾ, ਭਾਬੀ ਸਾਹਿਬ ਜੇ ਕੋਈ ਲੋੜ ਹੋਈ ਤਾਂ ਹਾਕ ਮਾਰਦੀ, ਬੰਦਾ ਨੰਗੇ ਪੈਰੀਂ ਭੱਜਿਆ ਆਊ। ਪਰ ਉਹ ਉਹਨੂੰ ਅਣਗੌਲਿਆਂ ਕਰ ਛੱਡਦੀ। ਸਿਆਲ ਦੀਆਂ ਲੰਬੀਆਂ ਰਾਤਾਂ ਵਿੱਚ ਮਨ ਵਿੱਚ ਬੁਰਾਈ ਉੱਠ ਖੜਦੀ। ਸੁਖਦੇਵ ਪਤਾ ਨਹੀਂ ਕਿੱਥੇ ਮੂੰਹ ਮਾਰਦਾ ਫਿਰਦਾ ਹੋਊ। ਉਹਦਾ ਮਨ ਡੋਲ ਜਾਂਦਾ ਤੇ ਮਨ ਕਰਦਾ ਕਿਸੇ ਦੀ ਬਾਂਹ ਫੜ ਲਵੇ ਤੇ ਥੋੜੇ ਸਮੇਂ ਬਾਅਦ ਉਹ ਵਾਹਿਗੁਰੂ ਵਾਹਿਗੁਰੂ ਕਰਦੀ ਮਾੜੇ ਖਿਆਲਾਂ ਲਈ ਆਪਣੇ ਆਪ ਨੂੰ ਕੋਸਣ ਲੱਗਦੀ। ਉਧਰੋਂ ਸੁਖਦੇਵ ਦੀਆਂ ਚਿੱਠੀਆਂ ਵੀ ਸੰਖੇਪ ਤੇ ਸੋਗੀ ਹੋ ਗਈਆਂ ਸਨ। ਉਹਦੇ ਵਿੱਚ ਪਿੰਡ ਦਾ ਹੇਰਵਾ ਤੇ ਉਹਨਾਂ ਨੂੰ ਨਾ ਸੱਦਣ ਸਕਣ ਦਾ ਹਵਾ ਨਜ਼ਰ ਆਉਣ ਲੱਗਾ ਸੀ। ਜਦੋਂ ਉਹਦਾ ਮਿੱਤਰ ਕਤਰ ਵਿਆਹ ਕਰਵਾਉਣ ਲਈ ਪੰਜਾਬ ਆਇਆ ਤਾਂ ਉਹਨੇ ਵਾਹਵਾ ਸਮਾਨ ਉਹਦੇ ਹੱਥ ਭੇਜਣਾ ਸੀ। ਹੱਥ ਨੇ 2-3 ਪੈਗ ਲਾ ਕੇ ਵਾਹਵਾ ਤਰਾਰੇ ਵਿੱਚ ਆਇਆ। ਕਤਰ ਉਹਦੇ ਸਹੁਰੇ ਨਾਲ ਗੱਲਾਂ ਕਰ ਰਿਹਾ ਸੀ ਤਾਂ ਉਹ ਬੈਠਕ ਦੇ ਬਾਹਰ ਆ ਖੜੀ ਸੀ। ਕਤਰ ਦੇ ਬੋਲ ਗੂੰਜ ਰਹੇ ਸਨ, ਬਾਪੂ ਪੰਜਾਬ ਵਰਗੀ ਮੌਜ ਕਿਤੇ ਨਹੀਂ, ਕੈਨੇਡਾ ਤਾਂ ਮੇਰੀ ਸਾਲੀ ਮਿੱਠੀ ਜੇਲ੍ਹ ਹੈ, ਜੇਲ੍ਹ। ਇੱਕ ਪਾਸੇ ਮੇਰੇ ਸਰਕੜੇ ਗੋਰੇ ਪੱਕੀ ਪਾਕੀ ਹਿੰਦੂ ਹਿੰਦੂ ਕਹਿ ਕੇ ਗਾਲਾਂ ਕੱਢਦੇ ਨੇ, ਦੂਜੇ ਪਾਸੇ
ਬਾਲ ਬੱਚਿਆਂ, ਮਾਂ ਪਿਓ ਤੇ ਪਿੰਡ ਦੀ ਯਾਦ ਭੁਚਾਲ ਪਾਈ ਰੱਖਦੀ ਹੈ। ਉਸ ਨੂੰ ਲੱਗਿਆ ਜਿਵੇਂ ਕਤਰ ਦਾ ਗਲਾ ਭਰ ਆਇਆ ਹੋਵੇ। ਉਸਨੇ ਇੱਕ ਸਾਹ ਵਿੱਚ ਹੀ ਗਲਾਸ ਖਾਲੀ ਕੀਤਾ ਤੇ ਲੜੀ ਛੱਡੀ। ਡਾਲਰਾਂ ਦਾ ਅਜਿਹਾ ਹਿਰਸ ਬਣ ਗਿਆ ਬਾਪੂ ਕਿ ਅਸੀਂ ਕੋਲੂ ਦੇ ਵਲਦ ਵਾਂਗ ਆਪਣਾ ਲਹੂ ਪਾਣੀ ਬਣਾ ਛੱਡਿਆ। ਉਹਦੀ ਗੱਲ ਸੁਣ ਕੇ ਉਹਦੇ ਸਹੁਰੇ ਬੋਲ ਕੰਨੀ ਪਏ, ਉਹ ਤਾਂ ਠੀਕ ਹੈ ਸਾਊ, ਪਰਦੇਸਾਂ ਕਾਹਦਾ ਹਾਲ ਹੁੰਦਾ। ਬਜ਼ੁਰਗ ਦੀ ਗੱਲ ਨੇ ਜਿਵੇਂ ਉਹਦੀ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ ਹੋਵੇ। ਉਹ ਬੋਲਿਆ, ਅਸੀਂ ਤਾਂ ਕਿਵੇਂ ਨਾ ਕਿਵੇਂ ਟਾਈਮ ਟਪਾਈ ਜਾਂਦੇ ਹਾਂ, ਪਰ ਸੁਖਦੇਵ ਵਾਲਾ ਹੇਰਬਾ ਕਰ ਗਿਆ। ਗੋਰਿਆਂ ਦੀਆਂ ਗਾਲਾਂ ਤੋਂ ਸੱਤਿਆ ਆਉਂਦਾ ਹੀ ਬੋਤਲ ਖੋਲ ਕੇ ਬੈਠ ਜਾਂਦਾ ਤੇ ਕਹਿੰਦਾ ਪੰਜਾਬ ਜਾ ਕੇ ਫੋੜ ਲੈ ਲੈਣਾ ਹੈ ਤੇ ਖੇਤੀ ਕਰਿਆ ਕਰਨੀ ਹੈ। ਉਹਦੀ ਗੱਲ ਸੁਣ ਕੇ ਉਹਦੇ ਅਸਮਾਨ ਵੱਲ ਆਪਣੇ ਆਪ ਹੀ ਹੱਥ ਜੁੜ ਗਏ ਸੀ। ਫਿਰ ਉਹਦੇ ਕੰਨੀ ਕਤਰ ਦੀ ਨਸ਼ਈ ਆਵਾਜ਼ ਪਈ, ਹੁਣ ਤਾਂ ਬਾਪੂ ਸਾਡਾ ਸਾਰਿਆਂ ਦਾ ਮਨ ਹੈ, ਖੇਤੀ ਕਰਾਂਗੇ, ਅਣਖ ਦੀ ਜ਼ਿੰਦਗੀ ਜੀਵਾਂਗੇ, ਸਾਲਿਆਂ ਗੋਰਿਆਂ ਤੋਂ ਗਾਲਾਂ ਨਹੀਂ ਖਾਣੀਆਂ। ਕਤਰ ਤਾਂ ਰਾਤ ਰਹਿ ਕੇ ਤੁਰ ਗਿਆ, ਪਰ ਉਹਦੇ ਮਨ ਵਿੱਚ ਆਸ ਦਾ ਦੀਵਾ ਲੱਟ ਕਰਕੇ ਵਲ ਉੱਠਿਆ ਸੀ। ਇੱਕ ਦਿਨ ਬਾਹਰੋਂ ਚਿੱਠੀ ਆ ਗਈ ਕਿ ਸੁਖਦੇਵ ਵਾਪਸ ਆ ਰਿਹਾ ਹੈ। 7 ਸਾਲ ਦਾ ਵਿਛੋੜਾ ਉਹਦੀਆਂ ਅੱਖਾਂ ਮੂਹਰੇ ਲੰਘ ਗਿਆ ਸੀ। ਸੁੱਖਾਂ ਸੁਖਦਿਆਂ ਨੂੰ ਉਹ ਦਿਨ ਆ ਵੜਿਆ ਜਦੋਂ ਸੁਖਦੇਵ ਦੀਆਂ ਬਾਹਾਂ ਉਸਦੇ ਦੁਆਲੇ ਵਿਛੀਆਂ ਹੋਈਆਂ ਸਨ। ਸ਼ਰਾਬੀ ਹੋਏ ਸੁਖਦੇਵ ਨੇ ਦੱਸਿਆ ਕਿ ਫੈਕਟਰੀ ਵਿੱਚ ਗੋਰੇ ਨਾਲ ਫੋਟੋ ਖਿੱਚਣ ਪਿੱਛੇ ਤੂੰ ਮੈਂ ਹੋ ਗਈ ਸੀ ਤੇ ਗੋਰੇ ਨੇ ਕਹਿ ਦਿੱਤਾ, ਗੋ ਬੈਕ ਯੂਅਰ ਓਨ ਕੰਟਰੀ। ਤੇ ਉਹਦੇ ਉਖੜੇ ਮਨ ਤੇ ਅਜਿਹੀ ਸੱਟ ਵੱਜੀ, ਕੰਮ ਤੋਂ ਰਾਹ ਆਉਂਦਾ ਦਰਿਆ ਦੇ ਪਟਲੇ ਪੁਲ ਤੇ ਅਰਦਾਸ ਕਰ ਆਇਆ ਕਿ ਇਸ ਬੇਗਾਨੀ ਧਰਤੀ ਤੇ ਮੁੜ ਕੇ ਨਹੀਂ ਆਉਣਾ। ਵਾਪਸ ਆਉਂਦੇ ਹੀ ਉਹਨੇ ਟਰੈਕਟਰ ਕਢਵਾਇਆ ਤੇ ਖੇਤੀ ਵਿੱਚ ਜੁਟ ਗਿਆ। ਸੁਖਦੇਵ ਨੇ ਧੀ ਦਾ ਬਚਪਨ ਨਹੀਂ ਦੇਖਿਆ ਸੀ। ਉਸਨੂੰ ਸਾਰਾ ਦਿਨ ਚੁੱਕੀ ਰੱਖਣਾ ਤੇ ਸਾਲ ਬਾਅਦ ਪਾਲ ਦੇ ਆਉਣ ਨਾਲ ਤਾਂ ਉਹਦੀਆਂ ਖੁਸ਼ੀਆਂ ਦਾ ਅੰਤ ਨਾ ਰਿਹਾ। ਕੈਨੇਡਾ ਤੋਂ ਸ਼ਰਾਬ ਪੀਣ ਦੀ ਲੱਤ ਹੁਣ ਉਹਦੀ ਕਮਜ਼ੋਰੀ ਬਣ ਗਈ ਸੀ। ਪਿੰਡ ਲਈ ਵੀ ਉਹ ਬਾਹਰੋਂ ਆਉਣ ਕਰਕੇ ਖਾਸ ਬੰਦਾ ਸੀ। ਕੁਦਰਤੀ ਉਹਨਾਂ ਦਿਨਾਂ ਵਿੱਚ ਸਰਪੰਚੀ ਦੀ ਚੋਣ ਆ ਗਈ ਤੇ ਉਹਦੇ ਯਾਰਾਂ ਵੇਲੀਆਂ ਨੇ ਕਹਿ ਕਹਾ ਕੇ ਸਰਪੰਚੀ ਦਾ ਉਮੀਦਵਾਰ ਬਣਾ ਲਿਆ। ਅੰਨਾ ਖਰਚਾ ਹੋਇਆ, ਉਹਨੇ ਚੋਣ ਜਿੱਤ ਲਈ ਤੇ ਸਰਪੰਚ ਸਾਹਿਬ ਕਹਾਉਂਦਾ ਖੇਤੀ ਵੱਲੋਂ ਬਿਲਕੁਲ ਬੇਧਿਆਨਾ ਹੋ ਗਿਆ ਸੀ। ਸ਼ਰਾਬ ਦੀ ਮਹਿਫਿਲ ਦਿਨ ਖੜੇ ਹੀ ਸਜਣ ਲੱਗੀ ਤੇ ਜਦੋਂ ਤੱਕ ਪਾਲ ਸਕੂਲ ਜਾਣ ਲੱਗਿਆ ਤਾਂ ਸਰਪੰਚੀ ਤੇ ਸ਼ਰਾਬ ਸੁਖਦੇਵ ਦੇ 12 ਕਿੱਲੇ ਲੈ ਕੇ ਅਤੇ ਲਿਵਰ ਦਾ ਰੋਗ ਦੇ ਗਈ ਸੀ। ਬਜ਼ੁਰਗ ਸੱਸ ਸਹੁਰਾ ਸੁਖਦੇਵ ਦੇ ਲੱਛਣਾਂ ਕਰਕੇ ਅਗੜ ਪਿਛੜ ਹੀ ਪਰਲੋਕ ਨੂੰ ਤੁਰ ਗਏ ਸਨ। ਕਤਰ ਜਦੋਂ ਦੁਬਾਰਾ 6 ਸਾਲਾਂ ਬਾਅਦ ਪਿੰਡ ਆਇਆ ਤਾਂ ਉਹਦੀ ਹਾਲਤ ਦੇਖ ਕੇ ਸਿਰ ਫੜ ਕੇ ਬੈਠ ਗਿਆ ਤੇ ਕੈਨੇਡਾ ਜਾਂਦੇ ਹੀ ਉਹਦੇ ਲਈ ਕਾਗਜ਼ ਭੇਜ ਦਿੱਤੇ। ਸੁਖਦੇਵ ਜਾਣ ਤੋਂ ਇਨਕਾਰੀ ਸੀ, ਪਰ ਉਸਨੇ ਆਪਣੇ ਆਪ ਤੇ ਜ਼ੋਰ ਪਾਇਆ, ਰਿਸ਼ਤੇਦਾਰਾਂ ਤੋਂ ਕਹਾਇਆ, ਪਰ ਉਹਦੀ ਸਰੀਰਕ ਹਾਲਤ ਤੇ ਮਨ ਉਹਦੇ ਅੱਗੇ ਇਨਕਾਰੀ ਸਨ। ਉਹਦੀ ਕੀਤੀ ਅਰਦਾਸ ਉਹਦੇ ਕਮਜ਼ੋਰ ਤਨ ਮਨ ਉੱਪਰ ਹਾਵੀ ਹੋ ਰਹੀ ਸੀ। ਲੀੜਾ ਕੱਪੜਾ ਤਿਆਰ ਹੋ ਗਿਆ ਸੀ, ਬੈਗ ਬੰਨ ਲਏ ਸਨ, ਜਹਾਜ਼ ਦੀ ਟਿਕਟ ਸੁਖਦੇਵ ਲੈ ਆਇਆ ਸੀ। ਜਾਣ ਤੋਂ ਇੱਕ ਦਿਨ ਪਹਿਲਾਂ ਸੁਖਦੇਵ ਨੇ ਖਾਸੀ ਸ਼ਰਾਬ ਪੀ ਲਈ ਤੇ ਬੈਠਕ ਵਿੱਚ ਹੀ ਟੇਢਾ ਹੋ ਗਿਆ। ਸਵੇਰੇ 6 ਵਜੇ ਦਿੱਲੀ ਤੁਰਨਾ ਸੀ। ਉਹ ਬਾਬਾ ਬੋਲਦੇ ਹੀ ਉਸਨੇ ਸੁਖਦੇਵ ਲਈ ਪਾਣੀ ਦੀ ਗੜਬੀ ਭਰੀ ਤੇ ਨਾਲ ਚਾਹ ਬਣਾ ਕੇ ਬੈਠਕ ਵਿੱਚ ਲੈ ਗਈ। ਉਸਨੂੰ ਉਠਾਉਣ ਲਈ ਜਦੋਂ ਉਸਨੇ ਹੱਥ ਨੂੰ ਫੜਿਆ ਤਾਂ ਠੰਡਾ ਯੱਤ ਛੂੰਹਦੇ ਹੀ ਪੋਹ ਦੇ ਮਹੀਨੇ ਵਿੱਚ ਉਸਨੂੰ ਤਰੇਲੀ ਆ ਗਈ। ਉਹਦੇ ਹੱਥੋਂ ਗੜਬੀ ਛੁੱਟ ਗਈ ਤੇ ਉਹਨੇ ਕਮਲਿਆਂ ਵਾਂਗ ਸੁਖਦੇਵ ਨੂੰ ਝੰਜੋੜਿਆ, ਪਰ ਭੌਰ ਉਡਾਰੀ ਮਾਰ ਗਏ ਸੀ। ਗੁਰਦੁਆਰੇ ਦੇ ਸਪੀਕਰ ਵਿੱਚ ਬਾਬੇ ਦੇ ਬੋਲ ਗੂੰਜੇ ਤੇ ਉਹ ਅਤੀਤ ਤੋਂ ਵਰਤਮਾਨ ਵਿੱਚ ਆ ਗਈ। ਵਾਹਿਗੁਰੂ ਵਾਹਿਗੁਰੂ ਕਰਦੇ ਦਿਨ ਚੜ੍ਹਿਆ। ਸਾਰਾ ਟੱਬਰ ਉੱਠ ਗਿਆ ਸੀ। ਨੂੰ ਚਾਹ ਫੜਾ ਗਈ, ਪਰ ਉੱਕਾ ਹੀ ਉਹਦਾ ਦਿਲ ਕੁਝ ਖਾਣ ਪੀਣ ਨੂੰ ਨਹੀਂ ਕਰ ਰਿਹਾ ਸੀ। ਉਹ ਬੈਠੀ ਸੋਚ ਰਹੀ ਸੀ ਕਿ ਕਿਹੋ ਜਿਹੀ ਓਪਰੀ ਹਵਾ ਫਿਰ ਗਈ ਹੈ। ਹੁਣ ਹਰ ਕੋਈ ਕੈਨੇਡਾ ਕਰਦਾ ਫਿਰਦਾ ਹੈ। ਪਹਿਲਾਂ ਜਦੋਂ ਕਿਸੇ ਨਿਆਣੇ ਬਾਰੇ ਪੁੱਛਦੇ ਤਾਂ ਅਗਲੇ ਨੇ ਦੱਸਣਾ ਫਲਾਨਾ ਥਾਂ ਪੜ੍ਹਦਾ ਹੈ, ਆਹ ਕੋਰਸ ਕਰਦਾ ਹੈ, ਆਹ ਕੋਰਸ ਕਰਕੇ ਨੌਕਰੀ ਭਾਲਦਾ ਹੈ। ਪਰ ਹੁਣ ਜਿਹੜੀ ਸਕੀਰੀ ਵਿੱਚ ਜਾ ਕੇ ਬੱਚੇ ਬਾਰੇ ਪੁੱਛੀਦਾ ਤਾਂ ਕਹਿੰਦੇ ਹਨ ਬਾਹਰ ਜਾਣ ਦਾ ਕੋਰਸ ਕਰ ਲਿਆ ਜਾਂ ਕਰ ਰਿਹਾ, ਫਾਈਲ ਲਾਈ ਹੈ ਜਾਂ ਲਾਉਣੀ ਹੈ। ਪਹਿਲਾਂ ਤਾਂ ਲੋਕ ਵਿਦੇਸ਼ਾਂ ਵਿੱਚ ਕਮਾਈ ਕਰਨ ਜਾਂਦੇ ਸਨ, ਪਰ ਹੁਣ ਤਾਂ ਪੱਕੇ ਉੱਥੇ ਹੀ ਵਸਣ ਦੀ ਦੌੜ ਲੱਗ ਗਈ ਹੈ। ਪਾਲ ਦਾ ਇੱਕੋ ਇੱਕ ਮੁੰਡਾ ਰਜਿੰਦਰ ਵੀ ਇਸੇ ਤਰ੍ਹਾਂ 4 ਸਾਲ ਪਹਿਲਾਂ ਕੈਨੇਡਾ ਤੁਰ ਗਿਆ ਸੀ। ਰਜਿੰਦਰ ਨੇ ਬਾਹਰ ਫਾਈਲ ਲਾਈ ਤੇ ਵੀਜ਼ਾ ਆਇਆ ਤਾਂ ਉਹ ਮਠਿਆਈ ਲੈ ਆਇਆ ਸੀ।
ਉਹ ਲੱਡੂ ਉਸਦੇ ਮੂੰਹ ਵਿੱਚ ਤੁੰਦਾ ਬੋਲਿਆ ਸੀ, ਬੇਬੇ ਵਧਾਈਆਂ ਹੋਣ, ਮੇਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ। ਲੱਡੂ ਉਸਦੇ ਮੂੰਹ ਵਿੱਚ ਜਿਵੇਂ ਫੁੱਲ ਗਿਆ ਹੋਵੇ। ਉਹ ਬੜਬੜਾਈ ਸੀ, ਭਲਾ ਉਜੜਨ ਦੀਆਂ ਕਾਹਦੀਆਂ ਵਧਾਈਆਂ, ਤੇ ਉਹ ਵੀ ਆਪਣੇ ਹੱਥੀਂ। ਜਿਸ ਦਿਨ ਰਜਿੰਦਰ ਗਿਆ ਸੀ ਉਸ ਤੋਂ ਬਾਅਦ ਉਹ ਕਾਫੀ ਦਿਨ ਇਕੱਲੀ ਬੈਠੀ ਰੋਂਦੀ ਰਹੀ ਸੀ। ਉਸ ਤੋਂ ਪੋਤੇ ਦਾ ਵਿਛੋੜਾ ਝੱਲਿਆ ਨਹੀਂ ਜਾ ਰਿਹਾ ਸੀ। ਫਿਰ ਉਹ ਸੰਭਲ ਗਈ। ਭਾਵੇਂ ਪਾਲ ਦੂਜੇ ਤੀਜੇ ਦਿਨ ਉਹਨੂੰ ਮੋਬਾਈਲ ਤੇ ਵੀਡੀਓ ਕਾਲ ਤੇ ਗੱਲ ਕਰਵਾ ਦਿੰਦੀ ਸੀ, ਪਰ ਉਸਦਾ ਬੁੱਢੜਾ ਮਨ ਅਜੀਬ ਕਿਸਮ ਦੇ ਹਿਰਵੇ ਨਾਲ ਭਰ ਜਾਂਦਾ ਸੀ। ਉਸਨੇ ਹੀ ਹੁਣ ਪੱਕਾ ਹੋਣ ਤੇ ਪਾਲ ਦੇ ਉਹਦੇ ਘਰ ਵਾਲੀ ਨੂੰ ਸੱਦਿਆ ਸੀ। ਪਾਲ ਦੇ ਜਾਣ ਦਾ ਦਿਨ ਆ ਗਿਆ। ਘਰ ਵਿੱਚ ਮੇਲੇ ਵਰਗਾ ਮਾਹੌਲ ਸੀ। ਦੂਰੋਂ ਨੇੜਿਓਂ ਰਿਸ਼ਤੇਦਾਰੀਆਂ ਵਾਲੇ ਇੱਕ ਦਿਨ ਪਹਿਲਾਂ ਪਹੁੰਚ ਗਏ ਸੀ। ਘਰ ਵਿੱਚ ਹਲਵਾਈ ਬੈਠਾ ਦਾਲ ਸਬਜ਼ੀਆਂ ਬਣਾ ਰਿਹਾ ਸੀ। ਪਾਲ ਦੇ ਸਹੁਰਿਆਂ ਤੋਂ ਆਈਆਂ ਔਰਤਾਂ ਗੀਤ ਗਾ ਰਹੀਆਂ ਸਨ। ਗੁਰਦੇਵ ਕੌਰ ਬਾਰ-ਬਾਰ ਐਨਕ ਸੂਤ ਕਰਦੀ ਚੁੱਪ-ਚਾਪ ਬੈਠੀ ਸੀ। ਕਿਰਾਏ ਦੀ ਇਨੋਵਾ ਗੱਡੀ ਦਰਵਾਜ਼ੇ ਮੂਹਰੇ ਖੜੀ ਸੀ। ਡਰਾਈਵਰ ਤੇ ਘਰ ਦੇ ਮੁੰਡੇ ਸਮਾਨ ਟਿਕਾ ਰਹੇ ਸਨ। ਮੈਂਗਲ ਦਾ ਮੁੰਡਾ ਜੀਤ ਤੇ ਪਾਲ ਦੇ ਸਾਲੇ ਦਾ ਮੁੰਡਾ ਦਰਸ਼ੀ ਉਹਨਾਂ ਨੂੰ ਛੱਡਣ ਨਾਲ ਜਾ ਰਹੇ ਸਨ। ਧਰਮ ਦੀ ਘੜੀ ਆ ਚੁੱਕੀ ਸੀ। ਪਾਲ ਨੇ ਗੁਰਦੇਵ ਕੌਰ ਦੇ ਪੈਰੀਂ ਹੱਥ ਲਾਏ। ਉਹਦੀਆਂ ਅੱਖਾਂ ਪਰਲ ਪਰਲ ਹੰਝੂ ਵਹਿ ਤੁਰੇ। ਪਾਲ ਨੇ ਜੱਫੀ ਵਿੱਚ ਘੁੱਟਦੇ ਕਿਹਾ, ਦਿਲ ਛੋਟਾ ਨਾ ਕਰੀ ਮਾਂ, ਤੈਨੂੰ ਸਾਲ ਛਮਾਹੀ ਵਿੱਚ ਹੀ ਸੱਦ ਲੈਣਾ ਹੈ। ਉਹਨਾਂ ਸਮੇਂ ਚਾਚੇ ਮੈਂਗਲ ਦਾ ਟੱਬਰ ਤੇਰਾ ਖਿਆਲ ਰੱਖੂ। ਉਸਨੇ ਚੌਂਕ ਕੇ ਦੇਖਿਆ। ਉਸਨੂੰ ਪਾਲ ਦੇ ਬੋਲਾਂ ਵਿੱਚ ਸੁਖਦੇਵ ਦੀ ਆਵਾਜ਼ ਸੁਣਾਈ ਦਿੱਤੀ। ਪਿੱਛੇ ਹੀ ਪਾਲ ਦੀ ਵਹੁਟੀ ਨੇ ਪੈਰੀ ਹੱਥ ਲਾਏ ਤੇ ਉਹਦਾ ਹੱਥ ਫੜ ਕੇ ਗੱਡੀ ਤੱਕ ਲੈ ਗਿਆ। ਉਸਨੇ ਦੁਬਾਰਾ ਪੈਰੀ ਹੱਥ ਲਾਏ ਤੇ ਮਾਂ ਨੂੰ ਕਲਾਵੇ ਵਿੱਚ ਘੁੱਟਿਆ। ਇਸ ਵਾਰ ਉਸਨੇ ਆਪਣੇ ਰੋਣੇ ਨੂੰ ਜ਼ਬਤ ਨਾਲ ਠੱਲ ਲਿਆ ਸੀ। ਅਗਲੇ ਹੀ ਪਲ ਇਨੋਵਾ ਧੂੜਾਂ ਉਠਾਉਂਦੀ ਵੀਹੀ ਦਾ ਮੁੜ ਗਈ। ਗੁਰਦੇਵ ਕੌਰ ਵਾਪਸ ਮੁੜੀ ਤਾਂ ਲੱਗਿਆ ਜਿਵੇਂ ਉਹਦੇ ਪੈਰ ਮਣ ਦੇ ਭਾਰੀ ਹੋ ਗਏ ਸਨ ਤੇ ਸਰੀਰ ਡਿੱਕ ਡੋਲੇ ਖਾ ਰਿਹਾ ਹੋਵੇ। ਹੰਝੂਆਂ ਦਾ ਘਰਾਲ ਵਗ ਤੁਰਿਆ। ਮੈਂਗਲ ਦੀ ਨੂੰਹ ਨੇ ਉਹਨੂੰ ਬਾਂਹ ਫੜ ਕੇ ਪੁੱਛਿਆ, ਕੀ ਹੋ ਗਿਆ ਬੀਜੀ? ਦਿਲ ਛੋਟਾ ਨਾ ਕਰ, ਗੁਰਦੇਵ ਕੌਰ ਨੇ ਘੁੱਗੀ ਆਵਾਜ਼ ਵਿੱਚ ਉੱਤਰ ਦਿੱਤਾ। ਕੁਝ ਨਹੀਂ ਧੀਏ, ਦਿਲ ਛੋਟਾ ਕਰਨ ਦੀ ਗੱਲ ਨਹੀਂ, ਇਹ ਤਾਂ ਕਰਮਾਂ ਦੀਆਂ ਗੱਲਾਂ ਨੇ। ਮੇਰੀ ਤਾਂ ਜਵਾਨੀ ਤੇ ਬੁਢਾਪੇ ਨੂੰ ਵਿਦੇਸ਼ ਜਾਣ ਦੀ ਚਾਹਨਾ ਨੇ ਨਿਕਲ ਲਿਆ। ਅੱਜ ਕੱਲ੍ਹ ਬਾਹਰ ਜਾਣ ਦੀ ਜੋ ਹੋੜ ਲੱਗੀ ਏ, ਇਸ ਓਪਰੀ ਹਵਾ ਨੂੰ ਝੂਰਦੀਆਂ ਪਤਾ ਨਹੀਂ ਇਹ ਮੇਰੇ ਵਰਗੀਆਂ ਕਿੰਨੀਆਂ ਕੁ ਮਾਵਾਂ ਦੇ ਬੁਢਾਪੇ ਖਾ ਜਾਊ। ਧੰਨਵਾਦ ਦੋਸਤੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।